पंजाब पंज दरियावां दी धरती, गुरुआं पीरां दी चरण छो प्राप्त, जिथे अनेकां ਸਾਹਿਤਕਾਰਾਂ ਕਾਲਮ ਨਵੀਸ ਲੇਖਕਾਂ ਸ਼ਾਇਰਾਂ ਨੇ ਜਨਮ ਲਿਆ ਅਤੇ ਪੂਰੀ ਦੁਨੀਆ ਵਿੱਚ ਪੰਜਾਬ ਤੇ ਪੰਜਾਬੀਅਤ ਨੂੰ ਆਬਾਦ ਕੀਤਾ। ਪੰਜਾਬ ਦੇ 22 ਜ਼ਿਲ੍ਹੇ ਜਿਨ੍ਹਾਂ ਵਿੱਚ ਉਹ ਜ਼ਿਲ੍ਹਾ ਜਿਸ ਨੂੰ ਮਾਣ ਪ੍ਰਾਪਤ ਹੈ ਸਭ ਤੋਂ ਵੱਧ ਪੜ੍ਹੇ ਲਿਖੇ ਜ਼ਿਲ੍ਹੇ ਦਾ ਅਤੇ ਉਸ ਦੇ ਨਾਮ ਤੋਂ ਹੀ ਉਸ ਜ਼ਿਲ੍ਹੇ ਦਾ ਆਵਾਸ ਹੋ ਜਾਂਦਾ ਹੈ। ਮੇਰੀ ਮੁਰਾਦ ਹੈ ਜ਼ਿਲ੍ਹਾ ਹੁਸ਼ਿਆਰਪੁਰ, ਜਿੱਥੇ ਦੇ ਅਨੇਕਾਂ ਪੰਜਾਬੀਆਂ ਨੇ ਆਪਣੀ ਕਲਾ, ਗਾਇਕੀ, ਸੱਭਿਆਚਾਰ, ਕਲਾਕ੍ਰਿਤੀ, ਸਾਹਿਤਕਾਰੀ ਅਤੇ ਸ਼ਾਇਰੀ ਰਾਹੀਂ ਜ਼ਿਲ੍ਹੇ ਹੁਸ਼ਿਆਰਪੁਰ ਦਾ ਨਾਮ ਦੁਨੀਆ ਦੇ ਨਕਸ਼ੇ 'ਤੇ ਮਸ਼ਹੂਰ ਕੀਤਾ। ਇਸੇ ਤਰ੍ਹਾਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਲਗਭਗ 30 ਕਿਲੋਮੀਟਰ 'ਤੇ ਵਸਦਾ ਸ਼ਹਿਰ ਦਸੂਹਾ, ਜੋ ਪੁਰਾਤਨ ਕਾਲ ਦੇ ਪਾਂਡਵਾਂ ਦੇ ਇਤਿਹਾਸ ਨੂੰ ਸਾਂਭੀ ਬੈਠਾ ਹੈ ਅਤੇ ਇੱਥੋਂ ਦੇ ਮਸ਼ਹੂਰ ਸ਼ਾਇਰ ਮਰਹੂਮ ਚਰਨ ਸਿੰਘ ਸਫਰੀ ਹੋਏ, ਜਿਨ੍ਹਾਂ ਦੀ ਕਲਮ ਨੇ ਅਜਿਹੀਆਂ ਲਿਖਤਾਂ ਲਿਖੀਆਂ ਕਿ ਦੁਨੀਆ ਦਾ ਅਜਿਹਾ ਕੋਈ ਕੋਨਾ ਨਹੀਂ ਹੋਵੇਗਾ ਜਿੱਥੇ ਮਰਹੂਮ ਚਰਨ ਸਿੰਘ ਸਫਰੀ ਜੀ ਦੀ ਕਲਮ ਨੂੰ ਪੜ੍ਹਿਆ, ਸੁਣਿਆ ਜਾਂ ਗਾਇਆ ਨਾ ਗਿਆ ਹੋਵੇ। ਸ਼ਹਿਰ ਦਸੂਹਾ ਦੇ ਹੀ ਅਜਿਹੇ ਕਾਲਮ ਨਵੀਸ ਕਹਾਣੀਕਾਰ ਹੋਏ ਹਨ ਲਾਲ ਸਿੰਘ ਦਸੂਹਾ, ਜਿਨ੍ਹਾਂ ਦੀਆਂ ਕਹਾਣੀਆਂ ਪੜ੍ਹ ਕੇ ਜ਼ਿੰਦਗੀ ਦੇ ਸੰਘਰਸ਼, ਮਜ਼ਲੂਮਾਂ, ਆਰਥਿਕ ਤੰਗੀ ਦਾ ਸ਼ਿਕਾਰ ਮਿਹਨਤੀ ਕਾਮਿਆਂ, ਇਮਾਨਦਾਰ ਇਨਸਾਨਾਂ ਵੱਲੋਂ ਘਾਲੀ ਗਈ ਘਾਲਣਾ ਨੂੰ ਆਪਣੀਆਂ ਕਹਾਣੀਆਂ ਵਿੱਚ ਵਾਹ ਕਮਾਲ ਬਿਆਨ ਕੀਤਾ ਹੈ ਅਤੇ ਉਹਨਾਂ ਨੇ ਆਪਣੇ ਸਮੇਂ ਦੇ ਸਮਕਾਲੀ ਅਨੇਕਾਂ ਲੇਖਕਾਂ ਦੇ ਨਾਲ ਰਲ ਬੈਠ ਕੇ ਆਪਣੀ ਸਾਹਿਤਕਾਰੀ ਨੂੰ ਹੋਰ ਪ੍ਰਫੁੱਲਿਤ ਕੀਤਾ ਹੈ। ਹੁਣ ਉਸ ਕਹਾਣੀਕਾਰ ਲਾਲ ਸਿੰਘ ਦਸੂਹਾ ਨੇ ਆਪਣੀ ਸਵੈ ਜੀਵਨੀ ਬੇਸਮਝੀਆਂ ਨੂੰ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਹੈ। ਦੋਸਤੋ, ਪੰਜਾਬੀ ਰੰਗ ਟੀਵੀ ਦੀ ਟੀਮ ਅੱਜ ਤੋਂ ਲਗਭਗ 4 ਮਹੀਨੇ ਪਹਿਲਾਂ ਕਹਾਣੀਕਾਰ ਲਾਲ ਸਿੰਘ ਦਸੂਹਾ ਜੀ ਦੇ ਗ੍ਰਹਿ ਵਿਖੇ ਪਹੁੰਚ ਕੇ ਉਹਨਾਂ ਨਾਲ ਰੂਬਰੂ ਹੋਈ ਸੀ ਅਤੇ ਅੱਜ ਫਿਰ ਦੂਜੀ ਵਾਰ ਉਹਨਾਂ ਦੇ ਗ੍ਰਹਿ ਵਿਖੇ ਸਵੈ ਜੀਵਨੀ ਬੇਸਮਝੀਆਂ ਬਾਰੇ ਗੱਲਬਾਤ ਕਰਨ ਅਤੇ ਕਿਤਾਬ ਬਾਰੇ ਜਾਣਨ ਪਹੁੰਚੀ ਹੈ। ਆਓ ਤੁਹਾਨੂੰ ਮਿਲਾਉਂਦੇ ਹਾਂ ਇੱਕ ਵਾਰ ਫਿਰ ਕਹਾਣੀਕਾਰ ਲਾਲ ਸਿੰਘ ਦਸੂਹਾ ਜੀ ਨਾਲ। ਇਸ ਮੁਲਾਕਾਤ ਬਾਰੇ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਦੇਣੇ ਤੇ ਪੰਜਾਬੀ ਰੰਗ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੰਗ ਟੀਵੀ ਤੇ ਮੈਂ ਤੁਹਾਡਾ ਐਂਕਰ ਗੁਰਪ੍ਰੀਤ ਸੋਤਾ ਸਾਰਿਆਂ ਦਾ ਸਵਾਗਤ ਕਰਦਾ। ਅੱਜ ਫਿਰ ਆਪਣਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਸ਼ਹਿਰ ਦਸੂਹਾ, ਜਿੱਥੇ ਦੇ ਕਹਾਣੀਕਾਰ ਲਾਲ ਸਿੰਘ ਦਸੂਹਾ ਜੀ ਦੇ ਨਾਲ ਅਸੀਂ ਇੰਟਰਵਿਊ ਕੀਤੀ ਸੀ ਅਤੇ ਉਹਨਾਂ ਨੇ ਜਿਹੜੀ ਗੱਲ ਕੀਤੀ ਸੀ ਕਿ ਆਪਣੀ ਕਿਤਾਬ ਜਿਹੜੀ ਸਵੈ ਜੀਵਨੀ ਬਹੁਤ ਜਲਦ ਜਿਹੜੀ ਦਰਸ਼ਕਾਂ ਦੇ ਸਾਹਮਣੇ, ਸਰੋਤਿਆਂ ਦੇ, ਪਾਠਕਾਂ ਦੇ ਸਾਹਮਣੇ ਲੈ ਕੇ ਆਉਣਗੇ, ਉਹਦੇ ਸੰਬੰਧ ਦੇ ਵਿੱਚ ਅਸੀਂ ਉਹਨਾਂ ਕੋਲ ਪਹੁੰਚੇ ਹਾਂ ਅਤੇ ਆਓ ਅਸੀਂ ਗੱਲਬਾਤ ਕਰਦੇ ਹਾਂ ਲਾਲ ਸਿੰਘ ਦਸੂਹਾ ਕਹਾਣੀਕਾਰ ਜੀ ਨਾਲ। ਬਹੁਤ ਬਹੁਤ ਸਰ ਤੁਹਾਡਾ ਸਵਾਗਤ ਹੈ ਜੀ। ਧੰਨਵਾਦ। ਆਪਣੇ ਪੰਜਾਬੀ ਰੰਗ ਟੀਵੀ ਦਾ ਇਸ ਗੱਲੋਂ ਸ਼ੁਕਰੀਆ ਅਦਾ ਬਣਦਾ ਕਿ ਉਹਨਾਂ ਦੇ ਆਉਣ ਤੋਂ ਪਿੱਛੋਂ ਹੋਰ ਵੀ ਚੈਨਲਾਂ ਵਾਲਿਆਂ ਨੇ ਤਾਲਮੇਲ ਬਣਾਇਆ। ਇਹ ਉਹਨਾਂ ਦੀ ਸ਼ੁਰੂਆਤ ਸੀ ਜਿਸ ਨੂੰ ਜੀ ਆਇਆਂ ਬਣਦਾ। ਇਹਨਾਂ ਦੇ ਸੰਚਾਲਕ ਇਸ ਚੈਨਲ ਨੂੰ ਇੰਨਾ ਹਰਮਨ ਪਿਆਰਾ ਬਣਾ ਲਿਆ ਅਤੇ ਅੱਗੇ ਸਮੇਂ 'ਚੋਂ ਇਹ ਸੰਭਾਵਨਾਵਾਂ ਹੋਰ ਵੀ ਇਸ ਢੰਗ ਨਾਲ ਉਜਾਗਰ ਇਸ ਲਈ ਹੋ ਰਹੀਆਂ ਕਿ ਇਹਨਾਂ ਦਾ ਤਾਲਮੇਲ ਸਾਹਿਤਕ ਖੇਤਰ ਦੇ ਉਹਨਾਂ ਵਿਅਕਤੀਆਂ ਨਾਲ ਹੈ ਜਿਨ੍ਹਾਂ ਦਾ ਨਾਮ ਪਾਠਕ ਜਾਣਦੇ ਹਨ, ਲੋਕ ਜਾਣਦੇ ਹਨ ਅਤੇ ਮੇਰੀਆਂ ਸ਼ੁਭ ਕਾਮਨਾਵਾਂ ਇਹਨਾਂ ਦੇ ਨਾਲ ਹਰ ਸਮੇਂ ਬਰਕਰਾਰ ਹਨ ਔਰ ਇਹਨਾਂ ਦੇ ਇੱਥੇ ਆਉਣ ਨੂੰ ਜੀ ਆਇਆਂ ਔਰ ਇਹਨਾਂ ਦੀ ਸ਼ੁਭ ਸ਼ਾਮਾਂ ਇਹਨਾਂ ਦੇ ਫਿਊਚਰ ਲਈ, ਇਹਨਾਂ ਦੇ ਉਜਲੇ ਭਵਿੱਖ ਲਈ। ਬਹੁਤ ਬਹੁਤ ਧੰਨਵਾਦ ਸਰ ਤੁਹਾਡਾ। ਤੁਸੀਂ ਸਰ ਜਦੋਂ ਇੰਟਰਵਿਊ ਲਈ ਸੀ ਆਪਾਂ ਅਤੇ ਉਦੋਂ ਤੁਸੀਂ ਗੱਲ ਕੀਤੀ ਸੀ ਕਿ ਮੇਰੀ ਸਵੈ ਜੀਵਨੀ ਬਹੁਤ ਜਲਦ ਜਿਹੜੀ ਆ ਪਾਠਕਾਂ ਦੇ ਸਾਹਮਣੇ ਰੂਬਰੂ ਕਰਾਂਗੇ, ਅਤੇ ਜਿਹੜੀ ਹੁਣ ਤੁਸੀਂ ਸਵੈ ਜੀਵਨੀ ਪ੍ਰਕਾਸ਼ਿਤ ਕੀਤੀ ਆ ਉਹਦੇ ਲਈ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਬਾਦ ਦਿੰਦਾ ਹਾਂ ਅਤੇ ਬਹੁਤ ਪਾਠਕ ਉਹਨੂੰ ਪੜ੍ਹ ਵੀ ਰਹੇ ਆ ਅਤੇ ਅੱਜ ਸਬੱਬ ਮਿਲਿਆ ਤੁਹਾਡੇ ਕੋਲ ਆਉਣ ਦਾ। ਤੁਸੀਂ ਸਵੈ ਜੀਵਨੀ ਬਾਰੇ ਜ਼ਰੂਰ ਸਾਡੇ ਨਾਲ ਦਰਸ਼ਕਾਂ ਨੂੰ, ਪਾਠਕਾਂ ਨੂੰ ਜ਼ਰੂਰ ਦੱਸਣਾ। ਧੰਨਵਾਦ। ਸਵੈ ਜੀਵਨੀ ਦੀ ਵਧਾਈ ਕਬੂਲ ਅਤੇ ਨਾਲ ਹੀ ਸਵੈ ਜੀਵਨੀ ਪਰ ਇੱਕ ਟਿੱਪਣੀ ਮੈਂ ਜ਼ਰੂਰ ਕਰਨੀ ਚਾਹਾਂਗਾ ਕਿ ਸਵੈ ਜੀਵਨੀਆਂ ਲਿਖੀਆਂ ਨਹੀਂ ਜਾਂਦੀਆਂ, ਇਹ ਰੋਂਦੀਆਂ ਹਨ। ਭਾਵ ਮਨੁੱਖ ਜਿਹੜਾ ਸਵੈ ਜੀਵਨੀ ਲਿਖਣ ਲਈ ਉਤੇਜਿਤ ਹੁੰਦਾ, ਉਹਨੂੰ ਐਂ ਜਾਪਦਾ ਵੀ ਮੇਰਾ ਜੋ ਲੰਘਿਆ ਆਪਣੇ ਸਮਾਂ ਉਹ ਕਿੰਨਾ ਦਰਦਨਾਕ ਸੀ। ਇਹੋ ਜਿਹਾ ਦਰਦ ਹੰਢਾ ਕੇ ਵੀ ਤੁਸੀਂ ਆਪਣੇ ਪੈਰਾਂ 'ਤੇ ਖੜੋਤੇ ਰਹਿੰਦੇ ਹੋ ਜਾਂ ਆਪਣੇ ਫਿਊਚਰ ਨੂੰ ਉਜਲਾ ਬਣਾਉਣ ਲਈ
ਜੋ ਤੁਹਾਡਾ ਉਦੇਸ਼ ਹੈ ਉਹ ਡਾਵਾਡੋਲ ਨਹੀਂ ਹੁੰਦਾ। ਇਸ ਲਈ ਮੈਂ ਇਸ ਨੂੰ ਸੈਰ ਜੀਵਨੀ ਦੀ ਬਜਾਏ ਕੁਝ ਹੋਰ ਐਸਾ ਨਾਮ ਦੇਣਾ ਚਾਹਾਂਗਾ ਜਿਸ ਵਿੱਚ ਨਾ ਤਾਂ ਇਹ ਕ੍ਰੀਏਟਿਵ ਕਹਾਣੀਆਂ ਹਨ ਅਤੇ ਨਾ ਹੀ ਜੀਵਨ ਨਾਲ ਸੰਬੰਧਿਤ ਵਾਰਤਾਵਾਂ। ਇਸ ਨੂੰ ਇਸ ਕਰਕੇ ਦਾ ਨਾਂ ਰੱਖਿਆ ਹੈ ਬੇਸਮਝੀਆਂ ਸਮੈ ਦੀਆਂ ਜੋ ਕਥਾਵਾਂ ਹਨ, ਸਵੈ ਜੀਵਨਿਕ ਕਥਾਵਾਂ। ਆਪਣੇ ਸੰਬੰਧ ਨਾਲ, ਆਪਣੇ ਜੀਵਨ ਨਾਲ ਸੰਬੰਧਿਤ ਇਹ ਜਿਹੀਆਂ ਘਟਨਾਵਾਂ ਦਾ ਇਸ ਵਿੱਚ ਮਜਮੂਆ ਹੈ, ਇਸ ਵਿੱਚ ਜ਼ਿਕਰ ਹੈ ਜਿਨ੍ਹਾਂ ਨੇ ਮੈਨੂੰ ਨਿਰਾਸ਼ ਵੀ ਕੀਤਾ ਅਤੇ ਮੈਨੂੰ ਉਤਸ਼ਾਹਿਤ ਵੀ ਕੀਤਾ ਵੀ ਅੱਗੇ ਜੋ ਕੁਛ ਜਿਹੋ ਜਿਹਾ ਵੀ ਵਾਤਾਵਰਨ ਤੁਹਾਡੇ ਪਾਸ ਹੈ ਉਹਨੂੰ ਉਸ ਹਿਸਾਬ ਨਾਲ ਲਿਖਦੇ ਜਾਓ, ਬਣਾਉਂਦੇ ਜਾਓ। ਅਤੇ ਇਸ ਤਰ੍ਹਾਂ ਇਸ ਸੋਚ ਵਿੱਚੋਂ ਇਹ ਕਿਤਾਬ ਜੋ ਹੈ ਉਹ ਹੋਂਦ ਵਿੱਚ ਆਈ। ਇਸ ਵਿੱਚ ਕੀ ਹੈ ਇਹ ਤਾਂ ਪਾਠਕਾਂ ਨੇ ਪੜ੍ਹ ਕੇ ਹੀ ਮਹਿਸੂਸ ਕਰਨਾ, ਪਰ ਮੈਂ ਜ਼ਰੂਰ ਇਹ ਕਹਾਂਗਾ ਵੀ ਇਸ ਨੂੰ ਇਸ ਤਰ੍ਹਾਂ ਬਹੁਤ ਹੀ ਸਧਾਰਨ ਢੰਗ ਨਾਲ ਪੜ੍ਹ ਲਿਆ ਜਾਏ ਅਤੇ ਜੇ ਕੋਈ ਇਹਦੇ 'ਚੋਂ ਚੀਜ਼ ਚੰਗੀ ਲੱਭਦੀ ਦਿਸੇ ਤਾਂ ਉਸ ਨੂੰ ਪ੍ਰਵਾਨ ਕਰ ਲਿਆ ਜਾਏ। ਜੇ ਕੋਈ ਨਾ ਲੱਭਦੀ ਦਿਸੇ ਤਾਂ ਉਸ ਨੂੰ ਬੇਸ਼ੱਕ ਉਸੇ ਤਰ੍ਹਾਂ ਹੀ ਸਿਰ ਦਿੱਤਾ ਜਾਏ, ਤਿਆਗ ਦਿੱਤਾ ਜਾਏ, ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੋਏਗਾ। ਅਤੇ ਜੇ ਕੋਈ ਇਸ ਤਰ੍ਹਾਂ ਦੀ ਚੀਜ਼ ਤਿਆਗਣਯੋਗ ਹੋਈ ਤਾਂ ਸੂਚਨਾ ਜ਼ਰੂਰ ਦੇਣਾ ਵੀ ਆਹ ਚੀਜ਼ ਵਿੱਚ ਫਾਲਤੂ ਹੈ। ਉਂਝ ਤੁਹਾਨੂੰ ਫਾਲਤੂ ਵਿੱਚ ਕੁਛ ਨਹੀਂ ਲੱਗੇਗਾ। ਇਹ ਇਸ ਦਾ ਇੱਕ ਸਾਰੰਸ਼ ਹੈ। ਮੈਂ ਆਪਣੇ ਬਚਪਨ ਤੋਂ ਪ੍ਰਾਇਮਰੀ ਸਿੱਖਿਆ ਤੋਂ ਲੈ ਕੇ ਪ੍ਰਾਇਮਰੀ ਸਿੱਖਿਆ ਦੇ ਲੈਣ ਤੋਂ ਪਹਿਲਾਂ ਬੱਚੇ ਨੂੰ ਇੰਨੀ ਸੁਰਤ ਨਹੀਂ ਹੁੰਦੀ ਵੀ ਆਪਣੇ ਜੀਵਨ ਦੀਆਂ ਘਟਨਾਵਾਂ ਯਾਦ ਰੱਖ ਸਕਣ। ਪ੍ਰਾਇਮਰੀ ਸਕੂਲ 'ਚ ਦਾਖਲ ਹੋ ਕੇ ਕੋਈ ਸੋਝੀ ਇੰਨੀ ਕੁ ਵਿਕਸਿਤ ਹੋ ਜਾਂਦੀ ਹੈ ਵੀ ਤੁਸੀਂ ਜੋ ਕੁਛ ਤੁਹਾਡੇ ਨਾਲ ਵਾਪਰਦਾ ਉਸ ਨੂੰ ਯਾਦ ਰੱਖੋ ਅਤੇ ਜੇ ਉਹ ਚੰਗਾ ਵਾਪਰਦਾ ਤਾਂ ਤੁਹਾਨੂੰ ਚੰਗਾ ਲੱਗੇਗਾ, ਜੇ ਉਹ ਮਾੜਾ ਵਾਪਰਦਾ ਤਾਂ ਤੁਹਾਨੂੰ ਉਹ ਅੱਗੇ ਚੰਗਾ ਬਣਨ ਲਈ ਉਤਸ਼ਾਹਿਤ ਕਰੇਗਾ। ਇਸ ਤਰ੍ਹਾਂ ਦੀਆਂ ਇਸ ਵਿੱਚ 6-7 ਚੈਪਟਰ ਹਨ। ਪਹਿਲਾ ਭਾਗ ਆਪਣੇ ਜੋ ਹੈ ਜੋ ਕਾਲਜ ਦੀ ਵਿੱਦਿਆ ਤੱਕ ਲੈਣ ਦਾ ਸਮਾਂ, ਅਗਲਾ ਭਾਗ ਵਿਹਲੇ ਸਮੇਂ ਨੂੰ ਗੁਜ਼ਾਰਨ ਦੇ ਕਸ਼ਟ ਅਤੇ ਉਹਨਾਂ ਲਈ ਉਹਨਾਂ ਯਤਨਾਂ ਵਿੱਚੋਂ ਲੱਭਿਆ ਇੱਕ ਕੰਮਕਾਜੀ ਸਮਾਂ ਜਿਸ ਦਾ ਜ਼ਿਕਰ, ਜਿਸ ਦਾ ਸੰਬੰਧ ਭਾਖੜਾ ਡੈਮ ਦੀ ਨੌਕਰੀ ਨਾਲ ਹੈ। ਭਾਖੜਾ ਡੈਮ ਵਿੱਚ ਹੁਣ ਰਹਿੰਦਿਆਂ ਜੋ ਕੁਛ ਪ੍ਰਾਪਤ ਕੀਤਾ, ਜੋ ਕੁਛ ਨੁਕਸਾਨ ਹੋਇਆ, ਉਸ ਦਾ ਦੂਜੇ ਚੈਪਟਰ 'ਚ ਜ਼ਿਕਰ ਹੈ। ਤੀਜੇ ਚੈਪਟਰ 'ਚ ਉੱਥੇ ਹੋਈ ਇੱਕ ਘਟਨਾ ਵਰਗੀ ਦੁਰਘਟਨਾ ਨੂੰ ਸੁਧਾਰਨ ਲਈ ਜੋ ਉਹਨੇ ਯਤਨ ਕਰਨੇ ਪਏ, ਜਲੰਧਰ ਪਹੁੰਚ ਕੇ 9-10 ਸਾਲ, ਉਸ ਦਾ ਜ਼ਿਕਰ ਹੈ ਤੀਜੇ ਚੈਪਟਰ 'ਚ। ਇਸ ਤਰ੍ਹਾਂ ਜਲੰਧਰੋਂ ਮੈਂ ਬਹੁਤ ਕੁਛ ਪ੍ਰਾਪਤ ਵੀ ਕੀਤਾ ਅਤੇ ਉੱਥੇ ਗਵਾਇਆ ਘੱਟ, ਉੱਥੋਂ ਪ੍ਰਾਪਤ ਜ਼ਿਆਦਾ ਕੀਤਾ। ਇਸ ਦਾ ਜ਼ਿਕਰ ਅਗਲੇ ਚੈਪਟਰ 'ਚ ਹੈ। ਉਸ ਤੋਂ ਪਿੱਛੋਂ ਮੈਂ ਪ੍ਰਾਈਵੇਟ ਨੌਕਰੀਆਂ ਜੋ ਮੈਨੂੰ 12-13 ਸਾਲ ਕਰਨੀਆਂ ਪਈਆਂ, ਉਹ ਛੱਡ ਕੇ ਅਧਿਆਪਕੀ ਲਾਈਨ 'ਚ ਇਸ ਕਰਕੇ ਆਇਆ ਵੀ ਉਹਨਾਂ 12-13 ਸਾਲਾਂ ਨੇ ਮੇਰੇ ਅੰਦਰ ਇੱਕ ਐਸੀ ਜਾਗਰਤੀ ਪੈਦਾ ਕਰਤੀ ਸੀ ਵੀ ਇਸ ਤਰ੍ਹਾਂ ਆਪਣਾ ਫਿਊਚਰ ਸੁਧਾਰਨ ਲਈ ਕੁਛ ਨਾ ਕੁਛ ਹਮੇਸ਼ਾ ਯਤਨ ਕਰਦੇ ਰਹਿਣਾ ਚਾਹੀਦਾ। ਅਧਿਆਪਕੀ ਕਿੱਤੇ 'ਚ ਆ ਕੇ ਫਿਰ ਮੈਨੂੰ ਥੋੜ੍ਹਾ ਲਿਖਣ ਪੜ੍ਹਨ ਲਈ ਸਮਾਂ ਜ਼ਿਆਦਾ ਮਿਲਦਾ ਗਿਆ ਅਤੇ ਉਸ ਸਮੇਂ ਵਿੱਚ ਮੈਂ ਆਪਣੀਆਂ ਕਿਤਾਬਾਂ, ਕਹਾਣੀਆਂ ਤੋਂ, ਕਵਿਤਾਵਾਂ ਤੋਂ ਸ਼ੁਰੂ ਕੀਤੀਆਂ, ਜਿਹੜੀਆਂ ਮੈਨੂੰ ਇੰਝ ਜਾਪਿਆ ਵੀ ਇਹ ਕਵਿਤਾਵਾਂ ਸਮਕਾਲੀ ਕਵਿਤਾ ਦੀ ਪੱਧਰ ਦੀਆਂ ਨਹੀਂ ਹਨ। ਫਿਰ ਮੈਂ ਉਸ ਨੂੰ ਤਿਆਗ ਕੇ ਕਹਾਣੀ ਵੱਲ ਆਇਆ। ਕਹਾਣੀ ਪਾਠਕਾਂ ਨੇ ਪ੍ਰਵਾਨ ਕੀਤੀ, ਮੈਨੂੰ ਉਤਸ਼ਾਹਿਤ ਕੀਤਾ। ਮੈਂ ਉਸ ਦੀ ਲਗਾਤਾਰਤਾ 1972 ਤੋਂ ਲੈ ਕੇ ਹੁਣ ਤੱਕ ਕਾਇਮ ਰੱਖੀ ਹੈ, ਜਿਸ ਦੇ ਸਿੱਟੇ ਵਜੋਂ 7 ਕਿਤਾਬਾਂ ਕਹਾਣੀ ਦੀਆਂ ਛਪੀਆਂ ਔਰ ਇੱਕ ਕਿਤਾਬ ਉਹਨਾਂ ਕਹਾਣੀਆਂ ਨੂੰ ਵਰਤਾਰਾ ਦੇਣ ਵਾਲੇ ਜੀਵਨ ਨਾਲ ਸੰਬੰਧਿਤ ਜੋ ਤੁਹਾਡੇ ਹੱਥਾਂ ਵਿੱਚ ਹੈ, ਜਿਸ ਦਾ ਨਾਮ ਹੈ ਬੇਸਮਝੀਆਂ। ਸਰ ਉਹਨਾਂ ਨੇ ਗੱਲ ਕੀਤੀ ਕਿ ਮੈਨੂੰ ਲਗਭਗ 48 ਸਾਲ ਹੋ ਗਏ ਆ ਜਿਹੜੇ ਸਾਹਿਤ ਦੇ ਨਾਲ ਵਿਚਰਦੇ ਹਾਂ, ਅਤੇ ਅਸੀਂ ਪ੍ਰਮਾਤਮਾ ਅੱਗੇ ਇਹ ਆਸ ਕਰਦੇ ਹਾਂ ਕਿ 2 ਸਾਲ ਬਹੁਤ ਜਲਦ ਪੂਰੇ ਹੋ ਕੇ 50 ਸਾਲ 'ਤੇ ਤੁਸੀਂ ਗੋਲਡਨ ਜੁਬਲੀ ਮਨਾਓ ਆਪਣੇ ਸਾਹਿਤ ਦੇ ਵਿੱਚ ਆਇਆਂ ਨੂੰ, ਅਤੇ ਅਸੀਂ ਵੀ ਉਹਦਾ ਹਿੱਸਾ ਬਣੀਏ ਅਤੇ ਹੋਰਾਂ ਨੂੰ ਵੀ ਤੁਸੀਂ ਸਾਹਿਤਕਾਰਾਂ ਨੂੰ ਉਹਦੇ ਵਿੱਚ ਬੁਲਾ ਕੇ ਇੱਕ ਵਧੀਆ ਪ੍ਰੋਗਰਾਮ ਕਰੋ, ਇਹੀ ਅਸੀਂ ਆਸ ਕਰਦੇ ਹਾਂ। ਅਤੇ ਅੱਗੇ ਸਰ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਇਸ ਕਿਤਾਬ ਨੂੰ ਪ੍ਰਕਾਸ਼ਿਤ ਹੋਣ ਦੇ ਲਈ
ਤੁਹਾਨੂੰ ਵਿਸ਼ੇਸ਼ ਸਹਿਯੋਗ ਕਿਹਨਾਂ ਸਾਹਿਤਕਾਰਾਂ ਦਾ ਜਾਂ ਕਿਹਨਾਂ ਸ਼ਖਸੀਅਤਾਂ ਦਾ ਰਿਹਾ? ਇਹ ਉੱਤਰ ਬੜਾ ਰੌਚਕ ਹੈ, ਕਿਉਂਕਿ ਮੈਨੂੰ ਕਹਾਣੀ ਲਿਖਣ ਦਾ ਜੋ ਉਤਸ਼ਾਹ ਹੈ ਉਹ ਐਸੇ ਇੱਕ ਵਿਅਕਤੀ ਦੀਆਂ ਕਹਾਣੀਆਂ ਪੜ੍ਹ ਕੇ ਮਿਲਿਆ ਜਿਸ ਦਾ ਜੀਵਨ ਬਹੁਤ ਹੀ ਸੰਘਰਸ਼ਪੂਰਨ ਸੀ ਔਰ ਬਹੁਤ ਹੀ ਸਾਦਾ ਘਰਾਣੇ ਨਾਲ ਸੰਬੰਧਿਤ ਰੱਖਦੇ ਸੀ, ਔਰ ਉਹਨਾਂ ਨੇ ਆਪਣੇ ਦ੍ਰਿੜ ਇਰਾਦੇ ਦੇ ਅਨੁਸਾਰ ਚਲਦਿਆਂ ਪ੍ਰੋਫੈਸਰ ਅਤੇ ਪ੍ਰਿੰਸੀਪਲ ਤੱਕ ਦੀ ਉਪਾਧੀ ਪ੍ਰਾਪਤ ਕੀਤੀ। ਉਹਨਾਂ ਦਾ ਸ਼ੁਭ ਨਾਮ ਹੈ ਪ੍ਰਿੰਸੀਪਲ ਸੁਜਾਨ ਸਿੰਘ। ਉਹਨਾਂ ਦੀਆਂ ਕਹਾਣੀਆਂ ਪੜ੍ਹ ਕੇ ਹੀ ਮੈਂ ਕਹਾਣੀ ਲਿਖਣੀ ਸ਼ੁਰੂ ਕੀਤੀ, ਔਰ ਮੈਨੂੰ ਇਹ ਬੜਾ ਖੁਸ਼ੀ ਹੈ ਕਿ ਪ੍ਰਿੰਸੀਪਲ ਸੁਜਾਨ ਸਿੰਘ ਦੇ ਨਾਂ 'ਤੇ ਸ਼ੁਰੂ ਹੋਇਆ ਗੁਰਦਾਸਪੁਰ ਦੀਆਂ ਸਾਰੀਆਂ ਸਭਾਵਾਂ ਵੱਲੋਂ ਜੋੜ ਕੇ ਇੱਕ ਸਥਾਪਿਤ ਕੀਤਾ ਨਾਮ ਪ੍ਰਿੰਸੀਪਲ ਸੁਜਾਨ ਸਿੰਘ ਅਵਾਰਡ ਵੀ ਮੈਨੂੰ ਉਹਨਾਂ ਕਹਾਣੀਆਂ ਕਰਕੇ ਮਿਲਿਆ, ਕਿਉਂਕਿ ਮੈਂ ਪ੍ਰਿੰਸੀਪਲ ਸੁਜਾਨ ਸਿੰਘ ਦਾ ਬਹੁਤ ਹੀ ਉਪਾਸ਼ਕ ਸਾਂ। ਗੁਰੂ ਜਾਂ ਹੋਰ ਜਿਸ ਨੂੰ ਅਸੀਂ ਰਾਹ ਦਸੇਰਾ ਕਹਿ ਸਕਦੇ ਹਾਂ, ਉਹ ਪ੍ਰਿੰਸੀਪਲ ਸੁਜਾਨ ਸਿੰਘ ਹੈ। ਪਰ ਉਹਨਾਂ ਤੋਂ ਉਪਰੰਤ ਵੀ ਜਿਹੜੇ ਸਾਰੇ ਵੱਡੇ ਲੇਖਕ ਹੈ ਉਹ ਮੇਰੇ ਤਾਲਮੇਲ 'ਚ ਰਹੇ ਜਾਂ ਮੇਰੀਆਂ ਕਹਾਣੀਆਂ ਨੂੰ ਉਤਸ਼ਾਹਿਤ ਕਰਦੇ ਰਹੇ, ਜਿਨ੍ਹਾਂ 'ਚ ਦੂਸਰਾ ਨਾਮ ਡਾਕਟਰ ਰਘਵੀਰ ਸਿੰਘ ਸਿਰਜਣਾ ਦਾ ਹੈ, ਜਿਨ੍ਹਾਂ ਨੇ ਸਾਰੀਆਂ ਕਹਾਣੀਆਂ ਪੜ੍ਹ ਕੇ ਮੈਨੂੰ ਜਿਹੜੇ ਉਹਨਾਂ ਵਿੱਚ ਜਿਹੜੇ ਕੋਈ ਗੈਪ ਸੀ ਉਹ ਦੂਰ ਕਰਨੇ ਲਿਆ, ਜਿਹੜੇ ਨਹੀਂ ਸੀ ਗੈਪ ਉਹਨਾਂ ਨੇ ਆਪਣੇ ਰਸਾਲੇ ਸਿਰਜਣਾ 'ਚ ਛਾਪ ਕੇ ਮੇਰੀਆਂ ਕਹਾਣੀਆਂ ਉਹਨਾਂ ਪਾਠਕਾਂ ਤੱਕ ਪੜ੍ਹਾਈਆਂ ਜਿਹੜੇ ਬਹੁਤ ਹੀ ਗੰਭੀਰ ਕਿਸਮ ਦੇ ਪਾਠਕ ਸੀ, ਬਹੁਤ ਹੀ ਸਿਆਣੀ ਕਿਸਮ ਦੇ ਪਾਠਕ ਸੀ। ਸਾਰੇ ਪੰਜਾਬ 'ਚ, ਪੰਜਾਬ ਤੋਂ ਬਾਹਰ ਵੀ, ਦੂਜੇ ਦੇਸ਼ਾਂ 'ਚ ਵੀ ਬੈਠੇ ਸੀ। ਇਹਨਾਂ ਤੋਂ ਇਲਾਵਾ ਵੀ ਜਿਨ੍ਹਾਂ ਨੇ ਮੈਨੂੰ ਸਹਿਯੋਗ ਦਿੱਤਾ ਉਹ ਸਾਡੇ ਬਹੁਤ ਹੀ ਆਪਣੇ ਵੱਡੇ ਸਾਹਿਤਕਾਰ ਰਾਮ ਸੂਪਨਖੀ ਜੀ, ਜਿਨ੍ਹਾਂ ਦਾ ਇੱਕ ਮਿਸ਼ਨ ਸੀ ਹਰ ਸਾਲ ਇੱਕ ਐਸੀ ਕਿਤਾਬ ਛਾਪਣੀ ਜਿਹਦੇ 'ਚ ਸਾਲ ਭਰ ਦੀਆਂ ਛਪੀਆਂ ਹੋਈਆਂ ਵਧੀਆ ਕਹਾਣੀਆਂ ਛਾਪਣੀਆਂ। ਉਹਨਾਂ ਨੇ ਲਗਭਗ 22 ਸਾਲ ਇਹ ਕੰਮ ਚਾਲੂ ਰੱਖਿਆ, ਔਰ 22 ਕਿਤਾਬਾਂ ਵਿੱਚ ਹੀ ਮੇਰੀ ਕੋਈ ਨਾ ਕੋਈ ਕਹਾਣੀ ਉਹਨਾਂ ਨੇ ਸ਼ਾਮਲ ਕੀਤੀ ਹਰ ਸਾਲ। ਇਹ ਰਾਮ ਸੂਪਨਖੀ ਦਾ ਇੱਕ ਵਿਸ਼ੇਸ਼ ਥਾਪੀ ਸੀ ਮੇਰੇ ਮੋਢੇ ਲਈ, ਮੇਰੇ ਸਿਰ 'ਤੇ ਉਹਨਾਂ ਦਾ ਆਸ਼ੀਰਵਾਦ ਵਰਗਾ ਹੱਥ ਸੀ ਜਿਹੜਾ ਉਹਨਾਂ ਨੇ ਇਸ ਉਤਸ਼ਾਹ ਨੂੰ ਕਾਇਮ ਰੱਖਣ ਲਈ ਰੱਖਿਆ। ਇਸ ਤੋਂ ਇਲਾਵਾ ਵੀ ਬਹੁਤ ਸਾਰੇ ਵਿਅਕਤੀ ਜਿਨ੍ਹਾਂ ਨੂੰ ਅਸੀਂ ਆਪਣੇ ਸਾਹਿਤਕ ਪਲੇਟਫਾਰਮ ਤੋਂ ਦੂਰ ਸਾਧਦੇ ਰਹੇ ਹਾਂ ਜਾਂ ਜਿਨ੍ਹਾਂ ਦੇ ਸੱਦਿਆਂ 'ਤੇ ਉਹਨਾਂ ਦੇ ਸ਼ਹਿਰਾਂ ਜਾਂਦੇ ਰਹੇ ਹਾਂ, ਉਹਨਾਂ 'ਚ ਵੱਡੇ ਜੋ ਰਾਈਟਰ, ਲੇਖਕ, ਆਲੋਚਕ ਉਹ ਸਾਰੇ ਸ਼ਾਮਲ ਹਨ। ਉਹਨਾਂ 'ਚ ਜਸਵੰਤ ਸਿੰਘ ਕੰਵਲ ਵੀ ਸ਼ਾਮਲ ਹੈ, ਉਹਨਾਂ 'ਚ ਮੋਹਨ ਭੰਡਾਰੀ ਵੀ ਸ਼ਾਮਲ ਹੈ, ਉਹਨਾਂ 'ਚ ਬਰਿਆਮ ਸੰਧੂ ਵੀ ਸ਼ਾਮਲ ਹੈ। ਇਹ ਸਾਰੇ ਉਸ ਕੈਟਾਗਰੀ 'ਚ ਆਉਂਦੇ, ਉਹਨਾਂ 'ਚ ਜਿਨ੍ਹਾਂ ਨੂੰ ਮੈਂ ਆਪਣੀਆਂ ਕਹਾਣੀਆਂ ਦੇ ਪਾਠਕ ਅਤੇ ਉਪਾਸ਼ਕ ਅਤੇ ਮੈਨੂੰ ਸਹਿਯੋਗ ਦੇਣ ਵਾਲੇ ਵਿਅਕਤੀ ਸਮਝ ਸਕਦਾ। ਠੀਕ ਹੈ ਜੀ। ਹਾਂਜੀ, ਤੁਸੀਂ ਗੱਲ ਕੀਤੀ ਕਿ ਰਾਮ ਸਰੂਪ ਅਣਖੀ ਜੀ ਨੇ ਜਿਹੜਾ ਆਪਣੀ ਜਦੋਂ ਵੀ ਪ੍ਰਕਾਸ਼ਿਤ ਕਰਦੇ ਸੀ ਕਿਤਾਬਾਂ ਤੁਹਾਨੂੰ ਇੱਕ ਨਿਵੇਕਲਾ ਸਥਾਨ ਦਿੰਦੇ ਸੀਗੇ, ਬੜਾ ਮਾਣ ਦਿੰਦੇ ਸੀਗੇ। ਜਸਵੰਤ ਸਿੰਘ ਕੰਵਲ ਹੁਣਾਂ ਨੂੰ ਵੀ ਤੁਸੀਂ ਮਿਲੇ ਆ, ਉਹਨਾਂ ਨਾਲ ਰੂਬਰੂ ਵੀ ਹੁੰਦੇ ਰਹੇ ਆ, ਅਤੇ ਤੁਸੀਂ ਸਾਡੇ ਇਲਾਕੇ ਦੇ ਜਿਹੜੇ ਕਹਾਣੀਕਾਰ, ਲੇਖਕ ਆ ਜਾਂ ਸਾਹਿਤਕਾਰ ਆ, ਉਹਨਾਂ ਦੇ ਨਾਮ ਜਾਂ ਉਹਨਾਂ ਬਾਰੇ ਜੋ ਤੁਸੀਂ ਜਾਣਦੇ ਆ ਸਾਨੂੰ ਉਹਨਾਂ ਬਾਰੇ ਜ਼ਰੂਰ ਦੱਸਣਾ। ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਅਤੇ ਮੇਰਾ ਕਵਿਤਾ ਨਾਲ ਝੁਕਾਓ ਵੀ ਸੁਦਾ ME7 ਬਣ ਗਿਆ। ਸਾਡੇ ਏਰੀਏ ਦੇ ਬਹੁਤ ਹੀ ਸੁਪ੍ਰਸਿੱਧ ਸ਼ਾਇਰ ਚਰਨ ਸਿੰਘ ਸਬਰੀ ਦਾ ਲਿਖਣ ਖੇਤਰ ਧਾਰਮਿਕ ਸੀ, ਅਤੇ ਮੇਰੇ ਪਾਸ ਜਦੋਂ ਮੈਂ ਭਾਖੜੇ ਰਹਿੰਦਾ ਹੁੰਦਾ ਸੀ ਅਤੇ ਉਹਨਾਂ ਦੇ ਭਾਖੜੇ ਵਾਲਿਆਂ ਦੇ ਇੱਕ ਰਵਾਇਤ ਸੀ ਵੀ ਸਾਰੇ ਗੁਰਦੁਆਰੇ ਵਾਲੇ, ਸਾਰਿਆਂ ਮੁਹੱਲਿਆਂ ਦੇ ਗੁਰਦੁਆਰੇ ਵਾਲੇ ਕਰੀਬ ਹਰ ਕਿਸੇ ਗੁਰਪੁਰਬ 'ਤੇ ਰਾਤ ਨੂੰ ਕਵੀ ਦਰਬਾਰ ਜ਼ਰੂਰ ਕਰਾਉਂਦੇ ਹੁੰਦੇ ਸੀ। ਉਹਨਾਂ ਕਵੀ ਦਰਬਾਰਾਂ ਵਿੱਚ ਪੰਜਾਬ ਭਰ 'ਤੇ ਵੱਡੇ ਨਾਮਵਰ ਸਟੇਜੀ ਕਵੀ ਸ਼ਾਮਲ ਹੋਇਆ ਕਰਦੇ ਸੀ, ਜਿਨ੍ਹਾਂ ਵਿੱਚ ਵਿਧਾਤਾ ਸਿੰਘ ਧੀਰ, ਕਰਤਾਰ ਸਿੰਘ ਬਲਗਣ, ਈਸ਼ਰ ਸਿੰਘ ਪਾਈਆ, ਸੁਰਿੰਦਰ ਕੌਰ, ਗੁਰਵੰਤਾ ਰਾਮ ਬੰਤਾ ਔਰ ਆਪਣੇ ਗੁਰਚਰਨ ਮਾਨ, ਇਸ ਤਰ੍ਹਾਂ ਦੇ ਬਹੁਤ ਵੱਡੇ ਸ਼ਾਇਰ ਉਹ ਸੱਦਦੇ ਹੁੰਦੇ ਸੀ। ਅਤੇ
ਸਾਨੂੰ ਉਹਨਾਂ ਦਾ ਸ਼ੌਕ ਸੁਣਨ ਦਾ ਸੀ। ਅਤੇ ਉਹ ਸੁਣਦਿਆਂ ਇੱਕ ਦਿਨ ਮੇਰੇ ਵੀ ਧਿਆਨ 'ਚ ਲਿਖਣ ਦਾ ਵਿਚਾਰ ਆਇਆ, ਤਾਂ ਮੈਂ ਵੀ ਉਹ ਕਵਿਤਾ ਇਸ ਤਰ੍ਹਾਂ ਦੀ ਲਿਖ ਲਈ ਜਿਸ ਦਾ ਲਗਭਗ ਉਤਾਰਾ ਜੋ ਚਰਨ ਸਿੰਘ ਸਫਰੀ ਦੀਆਂ ਕਵਿਤਾਵਾਂ ਵਰਗਾ ਹੀ ਸੀ। ਅਤੇ ਉਹਨਾਂ ਦੇ ਨਾਲ ਇੱਕ ਵਾਰ ਮੈਂ ਇਹ ਸਟੇਜ 'ਤੇ ਸਾਂਝੀ ਕੀਤੀ, ਔਰ ਉਸ ਵਾਰ ਮੇਰੇ ਤੋਂ ਇਹ ਗਾ ਕੇ ਬੋਲ ਹੋ ਗਈ। ਗਲਾ ਠੀਕ ਹੁੰਦਾ ਸੀ ਉਦੋਂ, ਅਤੇ ਮੈਨੂੰ ਸਾਧ ਸੰਗਤ ਨੇ 8 ਰੁਪਏ ਇਨਾਮ ਵੀ ਦਿੱਤਾ। ਇਹ ਉਹ ਪਹਿਲੀ ਕਵਿਤਾ ਦਾ ਅਵਾਰਡ ਸੀ ਮੇਰੇ ਲਈ। ਪਰ ਉਹ ਪਿੱਛੋਂ ਮੈਨੂੰ ਜਾਪਿਆ ਵੀ ਮੈਂ ਧਾਰਮਿਕ ਖੇਤਰ ਦੇ ਸ਼ਾਇਰ ਅੱਜ ਕੱਲ੍ਹ ਮੇਰੇ ਤੋਂ ਬਹੁਤ ਵੱਡੇ ਵੱਡੇ ਨੇ। ਫਿਰ ਮੈਂ ਕਹਾਣੀ ਵੱਲ ਆ ਗਿਆ, ਅਤੇ ਕਹਾਣੀ ਵਿੱਚ ਸਾਡੇ ਇਸ ਏਰੀਏ 'ਤੇ ਕੋਈ ਬੰਦਾ ਮੈਨੂੰ ਲੱਭਿਆ ਨਹੀਂ ਜੋ ਕਹਾਣੀ ਲਿਖਦਾ ਹੋਵੇ। ਇਹਨਾਂ ਵਿੱਚੋਂ ਸਾਡੇ ਸਭ ਤੋਂ ਨੇੜੇ ਗੁਰਦਾਸਪੁਰ ਸੀ ਸੁਜਾਨ ਸਿੰਘ, ਉਸ ਤੋਂ ਲਾਗੇ ਕੋਈ ਜਲੰਧਰ ਸੀ ਪ੍ਰੇਮ ਪ੍ਰਕਾਸ਼, ਬਰਿਆਮ ਸੰਧੂ, ਇਸ ਤੋਂ ਲਾਗੇ ਕੋਈ ਕਹਾਣੀਕਾਰ ਬੰਦਾ ਹੈ ਨਹੀਂ ਸੀ। ਫਿਰ ਮੈਂ ਥੋੜ੍ਹੀ ਕਹਾਣੀ ਲਿਖਣੀ ਸ਼ੁਰੂ ਕੀਤੀ, ਅਤੇ ਮੇਰੀ ਰਿਸ਼ਤੇ ਸਾਡੇ ਇੱਥੇ 1-2 ਬੰਦੇ ਕਹਾਣੀ ਲਿਖਣ ਲਈ ਜਿਨ੍ਹਾਂ ਨੇ ਯਤਨ ਕੀਤੇ। ਉਹਨਾਂ 'ਚ ਪੰਮੀ ਦਵੇਦੀ ਹੈ ਟਾਂਡੇ ਤੋਂ, ਉਹ ਵੀ ਕਹਾਣੀ ਲਿਖਦਾ। ਇੱਥੇ ਇੱਕ ਧਰਮਪਾਲ ਸਾਹਿਲ ਸੀ ਤਲਵਾੜੇ, ਅੱਜ ਕੱਲ੍ਹ ਹੁਸ਼ਿਆਰਪੁਰ ਚਲੇ ਗਏ। ਉਹਨਾਂ ਨੇ ਵੀ ਕਹਾਣੀ ਲਿਖਣ ਤੋਂ ਮੇਰੇ ਲੇਖਣੀ ਤੋਂ ਉਤਸ਼ਾਹਿਤ ਹੋ ਕੇ, ਸ਼ਾਇਦ ਕਹਿ ਨਹੀਂ ਸਕਦਾ, ਥੋੜ੍ਹਾ ਅੱਜ ਕੱਲ੍ਹ ਉਹਦਾ ਜੋੜ ਹੋਰ ਤਰ੍ਹਾਂ ਦਾ, ਪਰ ਮੈਂ ਜ਼ਰੂਰ ਕਹਿੰਦਾ ਵੀ ਜੇ ਮੈਨੂੰ ਨਾ ਟੱਕਰਦਾ ਤਾਂ ਉਹ ਲੇਖਕ ਨਹੀਂ ਸੀ ਬਣ ਸਕਦਾ। ਉਸਨੇ ਵੀ ਕਹਾਣੀ ਲਿਖਣੀ ਮਿਲਣੀ। ਅਤੇ ਸਾਡੇ ਇੱਥੇ ਕਹਾਣੀ ਲੇਖਕਾਂ ਵਿੱਚ ਸਿਰਫ ਪੰਮੀ ਦਵੇਦੀ ਹੀ ਸ਼ਾਮਲ ਹੈ। ਅਤੇ ਅੱਜ ਕੱਲ੍ਹ ਇੱਕ ਰਜਿੰਦਰ ਸਿੰਘ ਢੱਡਾ, ਆਪਣੇ ਆਲੋ ਬੁਲੋਹਾਲ ਦੇ ਲਾਗੇ ਪਿੰਡ ਹੈ, ਆਲੋਹਾਲ ਬੁਲੋਹਾਲ ਦੇ ਲਾਗੇ ਪਿੰਡ, ਉੱਥੋਂ ਦਾ, ਉਹ ਵੀ ਪਹਿਲੇ ਸਮਿਆਂ 'ਚ ਕਹਾਣੀ ਲਿਖਦਾ ਹੁੰਦਾ ਸੀ। ਪਿੱਛੋਂ ਨੇ ਜੋ ਦਫ਼ਤਰ DO ਦਫ਼ਤਰ 'ਚ ਡਿਊਟੀ ਉਹਨੂੰ ਐਸੀ ਮਿਲ ਗਈ, ਜੋ ਆਪਣੇ ਖੇਡਾਂ ਦੇ ਵਿਭਾਗ 'ਚ, ਉਸਨੂੰ ਲਿਖਣ ਦਾ ਕੰਮ ਨੂੰ ਥੋੜ੍ਹਾ ਤਿਆਗਣਾ ਪਿਆ। ਅੱਜ ਕੱਲ੍ਹ ਰਿਟਾਇਰ ਹੋ ਕੇ ਉਹ ਫਿਰ ਕਹਾਣੀ ਲਿਖਣ ਦੇ ਖੇਤਰ 'ਚ ਆਇਆ ਰਜਿੰਦਰ ਢੱਡਾ। ਹੁਣ ਉਸਦੀ ਦੂਜੀ ਕਿਤਾਬ ਵੀ ਛਪ ਗਈ ਆ, ਜਿਸ ਦਾ ਇੱਕ ਨਾਵਲ ਹੈ ਅਤੇ 2 ਕਹਾਣੀਆਂ ਦੀਆਂ ਕਿਤਾਬਾਂ। ਇਹ ਸਾਡੇ ਇੱਥੇ ਲੋਕੋ ਦੇ ਅਲੱਗ ਇਲਾਕੇ ਦੇ ਕਹਾਣੀਕਾਰ ਨੇ। ਅਤੇ ਸ਼ਾਇਰ ਤਾਂ ਹੈ, ਸ਼ਾਇਰੀ ਦਾ ਆਪਣਾ ਖੇਤਰ ਹੈ, ਉਹਨਾਂ ਦਾ ਤਾਂ ਚਲੋ ਇਸ ਕੇ ਨਾਲ ਸੰਬੰਧ ਬਹੁਤਾ ਜੁੜਦਾ ਨਹੀਂ, ਪਰ ਉਹ ਫਿਰ ਵੀ ਉਹ ਸਾਰੀਆਂ ਮੇਰੇ ਕਹਾਣੀਆਂ ਦੇ ਉਪਾਸ਼ਕ, ਅਤੇ ਮੈਨੂੰ ਮੇਰੇ ਪਾਠਕ ਹਨ, ਉਹਨਾਂ ਦਾ ਵੀ ਸਾਰਾ ਧੰਨਵਾਦ ਕਰਨਾ ਬਣਦਾ। ਠੀਕ ਹੈ ਦੋਸਤੋ, ਕਹਾਣੀਕਾਰ ਲਾਲ ਸਿੰਘ ਦਸੂਹਾ ਜੀ ਅਜਿਹੀ ਸ਼ਖਸੀਅਤ ਹਨ ਜਿਨ੍ਹਾਂ ਨੇ ਹੁਣ ਤੱਕ ਅਨੇਕਾਂ ਨਾਮਵਰ ਲੇਖਕਾਂ ਦੇ ਵਿੱਚ ਵਿਚਰੇ, ਉਹਨਾਂ ਦਾ ਨਾਲ ਰਹਿ ਕੇ ਕੰਮ ਕੀਤਾ, ਉਹਨਾਂ ਦੇ ਨਾਲ ਸੰਮੇਲਨ ਅਟੈਂਡ ਕੀਤੇ, ਜਿਨ੍ਹਾਂ ਦੇ ਵਿੱਚ ਜਸਵੰਤ ਸਿੰਘ ਕਮਲ ਜੀ, ਪ੍ਰਿੰਸੀਪਲ ਸੁਜਾਨ ਸਿੰਘ ਜੀ, ਰਾਮ ਸਰੂਪ ਅਣਖੀ ਜੀ, ਅਤੇ ਸਾਡੇ ਇਲਾਕੇ ਦੇ ਚਰਨ ਸਿੰਘ ਸਫਰੀ। ਬੜੇ ਮਾਣ ਵਾਲੀ ਗੱਲ ਆ ਕਿ ਕਹਾਣੀਕਾਰ ਲਾਲ ਸਿੰਘ ਦਸੂਹਾ ਜੀ ਦੀ ਅੱਜ ਵੀ ਕਲਮ ਪੂਰੀ ਤਾਕਤ ਦੇ ਨਾਲ ਆਪਣਾ ਸਰੋਤਿਆਂ ਨੂੰ ਆਪਣੇ ਜਿਹੜੇ ਰੰਗ ਬਖੇਰਦੀ ਆ, ਅਤੇ ਹਰੇਕ ਤੱਕ ਜਿਹੜੀ ਇਹਨਾਂ ਦੀ ਸਵੈ ਜੀਵਨੀ ਆ, ਬੇਸਮਝੀਆਂ, ਇਹ ਇਹਨਾਂ ਨੇ ਦਰਸ਼ਕਾਂ ਦੇ ਵਿੱਚ ਪ੍ਰਕਾਸ਼ਿਤ ਕੀਤੀ ਆ, ਪਾਠਕਾਂ ਦੇ ਵਿੱਚ। ਅਤੇ ਅਸੀਂ ਇਹਨਾਂ ਦੇ ਭਵਿੱਖ ਦੀ ਕਾਮਨਾ ਕਰਦੇ ਹਾਂ ਕਿ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ, ਅਤੇ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਪਾਠਕ ਵੱਧ ਤੋਂ ਵੱਧ ਇਹਨਾਂ ਦੀ ਸਵੈ ਜੀਵਨੀ ਬੇਸਮਝੀਆਂ ਨੂੰ ਪੜ੍ਹਨ। ਅਤੇ ਤੁਸੀਂ ਸੰਪਰਕ ਵੀ ਕਰ ਸਕਦੇ ਇਹਨਾਂ ਨਾਲ। ਮੈਂ ਇਹਨਾਂ ਦਾ ਨੰਬਰ ਜਿਹੜਾ ਆ ਪੰਜਾਬੀ ਰੰਗ TV 'ਤੇ ਫਲੈਸ਼ ਕਰ ਦਊਂਗਾ, ਤੁਸੀਂ ਉਹਨਾਂ ਨਾਲ ਸਿੱਧਾ ਰਾਬਤਾ ਵੀ ਕਾਇਮ ਕਰ ਸਕਦੇ ਹਾਂ ਜੇ ਕਿਸੇ ਨੇ ਕਿਤਾਬ ਵੀ ਪੜ੍ਹਨੀ ਹੋਵੇ। ਹਾਂਜੀ, ਹੁਣ ਜਾਂਦੇ ਜਾਂਦੇ ਅਸੀਂ ਕਹਾਣੀਕਾਰ ਲਾਲ ਸਿੰਘ ਜੀ ਕੋਲੋਂ ਅੱਜ ਦੇ ਨੌਜਵਾਨ ਜੋ ਲਿਖਦੇ ਆ ਉਹਨਾਂ ਲਈ ਸੰਦੇਸ਼ ਲਵਾਂਗੇ। ਕਹਾਣੀਕਾਰ ਲਾਲ ਸਿੰਘ ਦਸੂਹਾ ਜੀ ਸਾਨੂੰ ਦੱਸਣਗੇ। ਦੋਸਤੋ, ਨੌਜਵਾਨ ਪੀੜ੍ਹੀ ਅੱਜ ਕੱਲ੍ਹ ਕੁਰਾਹੇ ਪੈ ਚੁੱਕੀ ਨਹੀਂ, ਪਾਈ ਗਈ ਹੈ। ਉਸ ਦੇ ਵੱਖਰੇ ਕਾਰਨ ਨੇ, ਉਹ ਕਿਤੇ ਵੱਖਰੇ ਸਮੇਂ ਡਿਸਕਸ ਕਰਾਂਗੇ। ਪਰ ਫਿਰ ਵੀ ਜੋ ਇਸ ਕੁਰਾਹੇ ਵਿੱਚੋਂ ਵੀ ਬਹੁਤ ਸਾਰੀਆਂ ਐਸੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਇਸ ਕੁਰਾਹੇ ਤੋਂ ਬਚ ਕੇ ਆਪਣਾ ਨਿਵੇਕਲਾ ਜੀਵਨ ਜੋ ਜਿਉਂਦੇ ਆ, ਅਤੇ ਜੋ ਕੁਛ ਉਹ ਜਿਉਂਦੇ ਆ ਉਹ ਆਪਣੇ ਸ਼ਬਦਾਂ ਰਾਹੀਂ ਪ੍ਰਗਟ ਕਰਕੇ ਉਹ ਦੂਸਰੇ ਆਪਣੇ ਸਾਥੀਆਂ ਲਈ ਉਹਨਾਂ ਨੂੰ ਉਤਸ਼ਾਹ ਦੇਣ ਲਈ, ਉਹਨਾਂ ਨੂੰ ਚੰਗੇ ਰਾਹ ਪਾਉਣ ਲਈ ਉਹ ਲਿਖਦੇ ਵੀ ਆ ਅਤੇ ਉਹਨਾਂ ਤੱਕ ਪਹੁੰਚਦੇ ਵੀ ਆ। ਇਸ ਤਰ੍ਹਾਂ ਇਹ ਇੱਕ ਬਹੁਤ ਹੀ ਐਸਾ ਸੁਭਾਗਾ ਖੇਤਰ ਹੈ ਜਿੱਥੋਂ ਤੁਹਾਨੂੰ ਬਹੁਤ ਕੁਝ ਪ੍ਰਾਪਤ ਹੋ ਸਕਦਾ। ਤਾਂ
ਇਸ ਤਰ੍ਹਾਂ ਦੀ ਇੱਕ ਜੋਟੀ, ਇਸ ਤਰ੍ਹਾਂ ਦਾ ਇੱਕ ਟੋਲੀ, ਇਸ ਤਰ੍ਹਾਂ ਦਾ ਇੱਕ ਵਾਤਾਵਰਨ, ਇਸ ਤਰ੍ਹਾਂ ਦਾ ਇੱਕ ਸਫੀਅਰ ਬਣਾਓ ਜਿਸ ਵਿੱਚ ਤੁਹਾਨੂੰ ਇਹ ਕਹਿਣ ਨੌਜਵਾਨ ਹਨ ਜਿਨ੍ਹਾਂ ਤੋਂ ਚੰਗੇ ਭਵਿੱਖ ਦੀ ਆਸ ਰੱਖਣੀ। ਸਾਡੇ ਸਿਆਣਿਆਂ ਬੰਦਿਆਂ ਲਈ, ਜੋ ਤੋਂ ਛੋਟੇ ਬੱਚਿਆਂ ਲਈ, ਜਿਹੜੇ ਜੇ ਛੋਟੇ ਹਨ ਉਹ ਤੁਹਾਡੇ ਤੋਂ ਉਤਸ਼ਾਹ ਲੈਣ ਦੀ ਜੇ ਪ੍ਰੇਰਿਤ ਹੋਣਗੇ। ਇਹ ਮੇਰਾ ਇੱਕ ਛੋਟਾ ਜਿਹਾ ਜੋ ਹੈ ਇਲਤਜਾ ਹੈ ਤੁਹਾਡੇ ਸਾਹਮਣੇ। ਬਹੁਤ ਬਹੁਤ ਧੰਨਵਾਦ। ਕਹਾਣੀਕਾਰ ਲਾਲ ਸਿੰਘ ਦਸੂਹਾ ਜੀ ਦੇ ਨਾਲ ਅੱਜ ਅਸੀਂ ਸੈਕਿੰਡ ਇੰਟਰਵਿਊ ਕੀਤੀ ਆ, ਅਤੇ ਇਹਨਾਂ ਦੀ ਜਿਹੜੀ ਕਿਤਾਬ ਆ ਬੇਸਮਝੀਆਂ ਸਵੈ ਜੀਵਨਕ ਕਥਾਵਾਂ, ਇਹਨਾਂ ਨੇ ਇਹ ਪ੍ਰਕਾਸ਼ਿਤ ਕੀਤਾ ਆ। ਜਿਹੜੇ ਵੀ ਪਾਠਕ ਇਸ ਕਿਤਾਬ ਨੂੰ ਲੈਣਾ ਪ੍ਰਾਪਤ ਕਰਨਾ ਚਾਹੁੰਦੇ ਹੋਣ ਤੇ ਨੀਚੇ ਨੰਬਰ ਮੈਂ ਫਲੈਸ਼ ਕਰ ਰਿਹਾ ਆ, ਤੁਸੀਂ ਲਾਲ ਸਿੰਘ ਦਸੂਹਾ ਜੀ ਹੁਣਾਂ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਦੀ ਇਹ ਸਵੈ ਜੀਵਨੀ ਨੂੰ ਪੜ੍ਹ ਸਕਦੇ ਹਾਂ। ਅਸੀਂ ਲਾਲ ਸਿੰਘ ਦਸੂਹਾ ਜੀ ਦੀ ਚੜ੍ਹਦੀ ਕਲਾ ਲਈ ਪੰਜਾਬੀ ਰੰਗ TV ਵੱਲੋਂ ਅਰਦਾਸ ਕਰਦੇ ਹਾਂ ਅਤੇ ਇਹੀ ਕਾਮਨਾ ਕਰਦੇ ਹਾਂ ਕਿ ਲਾਲ ਸਿੰਘ ਦਸੂਹਾ ਜੀ ਇਸੇ ਤਰ੍ਹਾਂ ਅੱਗੇ ਵੀ ਲਿਖਦੇ ਰਹਿਣ, ਅਤੇ ਜੋ ਦਾਸ ਨੂੰ ਇਹਨਾਂ ਨੇ ਅਸ਼ੀਰਵਾਦ ਦਿੱਤਾ ਆ, ਪਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ ਇਸੇ ਤਰ੍ਹਾਂ ਪਰਮਾਤਮਾ ਬਲ ਬਖਸ਼ੇਗਾ ਅਤੇ ਅਸੀਂ ਆਪਣੇ ਕਾਰਜ ਕਰਦੇ ਰਹਾਂਗੇ। ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।